ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਵੱਡੀਆਂ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੇ ਤੌਰ ਤੇ ਨਵਜੋਤ ਸਿੱਧੂ ਨੂੰ ਇੱਕ ਧਮਕੀ ਦਿੱਤੀ ਹੈ। ਕੀ ਧਮਕੀ ਦਿੱਤੀ ਹੈ ਇਸ ਦੇ ਬਾਰੇ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਸੁਨੀਲ ਜਾਖੜ ਦੀ। ਤਾਂ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ, ਕੀ ਕਾਰਨ ਨੇ ਇਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਉਧਰ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਚੇਤਾਵਨੀ ਜਾਰੀ ਕੀਤੀ ਗਈ ਹੈ। ਕੀ ਚੇਤਾਵਨੀ ਦਿੱਤੀ ਹੈ ਤੇ ਕਾਂਗਰਸ ਪਾਰਟੀ ਦੇ ਅੰਦਰ ਕਾਟੋ ਕਲੇਸ਼ ਨੂੰ ਲੈ ਕੇ ਵੀ ਵੱਡਾ ਬਿਆਨ ਸਾਹਮਣੇ ਆਇਆ, ਉਸ ਦੇ ਬਾਰੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਵਿਕਰਮ ਮਜੀਠੀਆ ਦੀ। ਤਾਂ ਵਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਹੈ। ਇਹਨਾਂ तमाम ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਿਆਸੀ ਮਾਹਿਰ ਸਰਦਾਰ ਮਨਜੀਤ ਸਿੰਘ ਅਣਖੀ जी। सब तो पहला अणखी साहब प्रोग्राम च निघा स्वागत है जी। बहुत बहुत शुक्रिया चट्ठा साहब। ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਵੀ ਮੀਟਿੰਗ ਕੀਤੀ ਸੀ, ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਿਉਂਕਿ ਸਿੱਧੂ ਦੇ ਨਾਲ ਹਜੇ ਤੱਕ ਰਾਜਾ ਵੜਿੰਗ ਦੀ ਮੁਲਾਕਾਤ ਨਹੀਂ ਹੋਈ, ਮੀਟਿੰਗ ਨਹੀਂ ਹੋਈ ਹੈਗੀ, ਤਾਂ ਉਹਨਾਂ ਨੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਕਹਿੰਦੇ ਕਿ ਜਿਹੜੇ ਪਾਰਟੀ ਲਾਈਨ ਤੋਂ ਹਟ ਕੇ ਮੀਟਿੰਗਾਂ ਹੋਣਗੀਆਂ ਉਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਤਾਂ ਕੀ ਕਹਿ ਲਿਆ ਜਾਵੇ, ਪਾਰਟੀ ਲਾਈਨ ਤੋਂ ਹਟ ਕੇ ਜਿਹੜੀਆਂ ਮੀਟਿੰਗਾਂ ਨੇ ਕੀ ਉਹ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆ ਰਹੇ ਨੇ? ਚੱਠਾ ਸਾਹਿਬ, ਇਸ ਤਰ੍ਹਾਂ ਹੈ ਕਿ ਜਿਸ ਦਿਨ ਦੇ ਪੰਜਾਬ ਕਾਂਗਰਸ ਸੱਤਾ ਤੋਂ ਬਾਹਰ ਹੋਈ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਵੇ ਤਾਂ ਕੇਵਲ ਨਵਜੋਤ ਸਿੰਘ ਸਿੱਧੂ ਹੀ ਹਨ ਜਿਹੜੇ ਵਿਰੋਧੀ ਧਿਰ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਉਹ ਵਿਰੋਧੀ ਨੇਤਾ ਦੇ ਰੂਪ ਦੇ ਵਿੱਚ ਆਪਣੀ ਭੂਮਿਕਾ ਜਿਹੜੀ ਨਿਭਾ ਰਹੇ ਨੇ। ਜਿੱਥੇ ਉਹ ਕਾਂਗਰਸ ਦੇ ਰੁੱਸੇ ਹੋਏ ਨੇਤਾਵਾਂ ਨਾਲ ਜਾਂ ਕਾਂਗਰਸ ਦੇ ਉਹ ਨੇਤਾ ਜਿਹੜੇ ਬੀਤੇ ਲੰਮੇ ਸਮੇਂ ਤੋਂ ਅਣਗੌਲੇ ਨੇ ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕਰ ਰਹੇ ਆ, ਉਹਦੇ ਨਾਲ ਹੀ ਨਾਲ ਉਹ ਇਹ ਪੰਜਾਬ ਸਰਕਾਰ ਨੂੰ ਵੀ ਹਰ ਮੁੱਦੇ ਦੇ ਉੱਤੇ ਘੇਰਦੇ ਨੇ, ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ, ਚਾਹੇ ਉਹ ਅਮਨ ਕਾਨੂੰਨ ਦਾ ਮੁੱਦਾ ਹੋਵੇ, ਤੇ ਚਾਹੇ ਉਹ ਮਾਈਨਿੰਗ ਦਾ ਮੁੱਦਾ ਹੋਵੇ, ਤੇ ਚਾਹੇ ਹੁਣ ਉਹ ਬਿਜਲੀ ਦਾ ਮੁੱਦਾ ਹੋਵੇ। ਉਸ ਦਿਨ ਤੋਂ ਲੈ ਕੇ ਹੁਣ ਤੱਕ ਨਵਜੋਤ ਸਿੱਧੂ ਆਪਣੀਆਂ ਕਾਰਵਾਈਆਂ, ਆਪਣੀ ਗਤੀਵਿਧੀਆਂ ਨੂੰ ਉਸੇ ਤਰੀਕੇ ਨਾਲ ਲੈ ਕੇ ਜਾਰੀ ਨੇ। ਦੂਸਰੇ ਪਾਸੇ ਜਿਹੜੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨਵੇਂ ਬਣੇ ਨੇ, ਉਹਨਾਂ ਦਾ ਇਹ ਜਿਹੜਾ ਬਿਆਨ ਕਿ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਹ ਜਿਹੜੇ ਬੋਲ ਨੇ ਇੱਕ ਉਸ ਪ੍ਰਧਾਨ ਦੇ ਬੋਲ ਨੇ ਜਿਸ ਨੂੰ ਪ੍ਰਧਾਨਗੀ ਨਵੀਂ ਮਿਲੀ ਆ ਤੇ ਉਹ ਆਪਣਾ ਸਿਆਸੀ ਅਕਸ ਜਿਹੜਾ ਸਿਆਸੀ ਜਾਹੀ ਭਵਿੱਖ ਜਿਹੜਾ ਨਵਜੋਤ ਸਿੱਧੂ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਉਹ ਉਹਦੇ ਤੋਂ ਖੌਫ ਜ਼ਿਆਦਾ ਆ। ਸੋ ਇਸ ਕਰਕੇ ਰਾਜਾ ਵੜਿੰਗ ਦਾ ਇਹ ਬਿਆਨ ਆਉਣਾ ਸਾਫ਼ ਤੌਰ ਤੇ ਸਿੱਧੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੀ ਧਮਕੀ ਹੈਗੀ ਆ, ਕਿਉਂਕਿ ਹੁਣ ਕੇਵਲ ਤੇ ਕੇਵਲ ਉਹੀ ਨੇਤਾ ਆ ਕਿ ਜਿਹੜਾ ਰਾਜਾ ਵੜਿੰਗ ਨੂੰ ਇੱਕ ਜ਼ਬਰਦਸਤ ਟੱਕਰ ਦੇ ਸਕਦੇ ਔਰ ਟੱਕਰ ਦੇਣ ਦੇ ਨਾਲ ਹੀ ਨਾਲ ਉਹਦੇ ਵਾਸਤੇ ਪੰਜਾਬ ਦੇ ਵਿੱਚ ਇੱਕ ਅਜਿਹੀ ਲੋਕ ਲਹਿਰ ਪੈਦਾ ਕਰ ਸਕਣੇ ਆਪਣੇ ਹੱਕ ਦੇ ਵਿੱਚ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ। ਤੇ ਇਸ ਗੱਲ ਦਾ ਕਾਂਗਰਸ ਹਾਈ ਕਮਾਨ ਨੂੰ ਵੀ ਪਤਾ ਤੇ ਇਸ ਗੱਲ ਦਾ ਰਾਜਾ ਵੜਿੰਗ ਨੂੰ ਵੀ ਪਤਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਇਸ ਵੇਲੇ ਮੀਟਿੰਗਾਂ ਕਰ ਰਹੇ ਨੇ ਔਰ ਹਰ ਕਾਂਗਰਸ ਨੇਤਾ ਉਸ ਨੂੰ ਮਿਲਦਾ ਪਿਆ, ਖਾਸ ਤੌਰ ਤੇ ਉਹ ਅਣਗੌਲਿਆ ਨੇਤਾ ਜਿਹੜਾ ਬੀਤੇ ਲੰਬੇ ਸਮੇਂ ਤੋਂ ਕਾਂਗਰਸ ਹਾਈ ਕਮਾਨ ਦੀਆਂ ਨੀਤੀਆਂ ਦਾ ਸ਼ਿਕਾਰ ਰਿਹਾ। ਜਿਸ ਤਰੀਕੇ ਨਾਲ ਬੀਤੇ ਦਿਨਾਂ 'ਚ ਉਹਨਾਂ ਨੇ ਮੀਟਿੰਗਾਂ ਕੀਤੀਆਂ, ਅੱਜ ਉਹ ਹਰਵਿੰਦਰ ਸਿੰਘ ਜੱਸੀ ਨਾਲ ਬਠਿੰਡਾ ਵਿਖੇ ਮੀਟਿੰਗ ਕਰ ਰਹੇ ਸੀ। ਧਰਮਿੰਦਰ ਸਿੰਘ ਜੱਸੀ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਉਸ ਤੋਂ ਮਗਰੋਂ ਉਹ ਬਾਬੇ ਦੇ ਰਾਮ ਰਹੀਮ ਦਾ ਜਵਾਈ ਅਤੇ ਬੀਤੇ 2022 ਦੀਆਂ ਚੋਣਾਂ ਉਸਨੇ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਲੜੀਆਂ ਸਨ। ਤੇ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਕੁਦਰਤੀ ਤੌਰ ਤੇ ਰਾਜਾ ਵੜਿੰਗ ਨੂੰ ਇਸ ਤਰ੍ਹਾਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਇੱਕ ਆਪਣਾ ਕਾਂਗਰਸ ਦੇ ਅੰਦਰ ਹੀ ਇੱਕ ਵੱਖਰਾ ਧੜਾ ਬਣਾ ਕੇ ਉਸ ਨੂੰ ਚੈਲੰਜ ਦੇ ਸਕਦਾ। ਸੋ ਇਸ ਕਾਰਨ ਰਾਜਾ ਵੜਿੰਗ ਦੀ ਇਹ ਧਮਕੀ ਜਿਹੜੀ ਆ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੀ ਹੈ। ਪਰ ਹੁਣ ਵੇਖਣ ਵਾਲੀ ਗੱਲ ਆ ਕਿ ਨਵਜੋਤ ਸਿੰਘ ਸਿੱਧੂ ਜਾਂ ਸੁਨੀਲ ਜਾਖੜ ਵਰਗੇ ਵਿਅਕਤੀ ਰਾਜਾ ਵੜਿੰਗ ਦੀ ਅਗਵਾਈ ਨੂੰ ਕਬੂਲ ਕਰਨਗੇ ਜਾਂ ਨਹੀਂ ਕਰਨਗੇ, ਤੇ ਦੂਜੇ ਪਾਸੇ ਕੀ ਰਾਜਾ ਵੜਿੰਗ ਇਹਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਸਹਿਮਤ ਹੋ ਸਕਦੇ, ਤਿਆਰ ਹੋ ਸਕਦੇ ਆ ਕਿ ਜਾਂ ਨਹੀਂ ਹੋ ਸਕਦੇ। ਪ੍ਰਸ਼ਨ ਇਹ ਵੀ ਹਨ ਕਿਉਂਕਿ ਚੱਠਾ ਜੀ ਜਿਹੜਾ ਵੀ ਕੋਈ ਪ੍ਰਧਾਨ ਨਵਾਂ ਬਣਦਾ
ਉਹ ਇਹ ਸਮਝਦਾ ਕਿ ਮੇਰੇ ਤੋਂ ਵੱਧ ਮੇਰੇ ਤੋਂ ਤਜਰਬੇਕਾਰ ਜਾਂ ਮੇਰੇ ਤੋਂ ਵੱਧ ਕੋਈ ਇਨਕਲਾਬੀ ਨੇਤਾ ਹੈ ਹੀ ਨਹੀਂ ਇਸ ਡੁੱਬਦੀ ਬੇੜੀ ਨੂੰ ਪਾਰ ਕਰ ਸਕਦਾ ਹੋਵੇ। ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਉਹਨਾਂ ਨੇ ਵੀ ਬੜੇ ਇਹੋ ਜਿਹੇ ਦਾਅਵੇ ਤੇ ਵਾਅਦੇ ਕੀਤੇ ਕਿ ਪਤਾ ਨਹੀਂ ਮੈਂ ਕਿਹੜਾ ਇਨਕਲਾਬ ਲੈ ਆਉਣਾ। ਪਾਰਟੀ ਜਿਹੜੀ ਆ ਕਿਤੇ 77 ਸੀਟਾਂ ਸੀ, ਉਹ 18 ਸੀਟਾਂ ਤੇ ਜਾ ਕੇ ਸਿਮਟ ਕੇ ਰਹਿ ਗਈ। ਹੁਣ ਉਸ ਤੋਂ ਮਗਰੋਂ ਉਹ ਝੰਡੀ ਜਿਹੜੀ ਉਹ ਕਲਗੀ ਜਿਹੜੀ ਆ ਕਾਂਗਰਸ ਹਾਈਕਮਾਨ ਨੇ ਇਹਦਾ ਰਾਜਾ ਵੜਿੰਗ ਨੂੰ ਦੇਤੀ ਆ, ਤੇ ਰਾਜਾ ਵੜਿੰਗ ਵੀ ਇਸ ਗੱਲ ਨੂੰ ਸਮਝਦਾ ਕਿ ਪਤਾ ਨਹੀਂ ਹੁਣ ਮੇਰੇ 'ਚ ਕਿਹੜਾ ਇਨਕਲਾਬ ਮੈਂ ਲੈ ਆਉਣਾ, ਕਿ ਜਿਸ ਕਰਕੇ ਸ਼ਾਇਦ ਕਾਂਗਰਸ ਹਾਈਕਮਾਨ ਮੈਨੂੰ 2027 ਤੱਕ ਪ੍ਰਧਾਨ ਬਣਾ ਕੇ ਤੇ ਬਾਅਦ 'ਚ ਮੈਨੂੰ ਮੁੱਖ ਮੰਤਰੀ ਦਾ ਰੂਪ ਦੇ ਵਿੱਚ ਅਖਤਿਆਰ ਕਰ ਦੇ। ਸੋ ਰਾਜਾ ਵੜਿੰਗ ਦੇ ਇਹੋ ਜਿਹੇ ਜਿਹੜੇ ਬਿਆਨ ਆਉਣੇ ਨੇ ਉਹ ਸੁਭਾਵਿਕ ਨੇ। ਪਰ ਚੱਠਾ ਜੀ ਇੱਕ ਗੱਲ ਇਹ ਨਾਲ ਹੈ ਕਿ ਰਾਜਾ ਵੜਿੰਗ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜਿਹੜਾ ਵੀ ਕੋਈ ਕਾਂਗਰਸ ਹਾਈਕਮਾਨ ਨੇ ਜਿਹੜਾ ਵੀ ਪੰਜਾਬ ਜਿਹੜਾ ਵੀ ਪ੍ਰਧਾਨ ਬਣਾਇਆ, ਬਸ ਜਿਸ ਦਿਨ ਪ੍ਰਧਾਨ ਬਣਦਾ ਉਸ ਦਿਨ ਤੋਂ ਹੀ ਉਸਦੇ ਸਿਆਸੀ ਜੀਵਨ ਦਾ ਜਿਹੜਾ ਅੰਤ ਦਾ ਅਧਿਆਇ ਲਿਖਿਆ ਜਾਣਾ ਸ਼ੁਰੂ ਹੋ ਜਾਂਦਾ। ਚਾਹੇ ਉਹ ਸੁਨੀਲ ਜਾਖੜ ਸੀ, ਚਾਹੇ ਉਹ ਨਵਜੋਤ ਸਿੰਘ ਸਿੱਧੂ ਸੀ, ਚਾਹੇ ਸ਼ਮਸ਼ੇਰ ਸਿੰਘ ਦੂਲੋ ਸਨ। ਕਈ ਇਹੋ ਜਿਹੇ ਨੇਤਾ ਨੇ ਕਿ ਜਿਸ ਦਿਨ ਉਹ ਸਿਆਸੀ ਪ੍ਰਧਾਨ ਬਣਦੇ ਨੇ, ਪਾਰਟੀ ਪ੍ਰਧਾਨ, ਉਦੋਂ ਤੱਕ ਤਾਂ ਉਹਨਾਂ ਦੀ ਚੜ੍ਹਤ ਹੁੰਦੀ ਆ, ਪਰ ਹੌਲੀ ਹੌਲੀ ਉਹਨਾਂ ਦਾ ਰਾਜਨੀਤਿਕ ਜੀਵਨ ਢਲਾਨ ਵੱਲ ਆਉਣਾ ਸ਼ੁਰੂ ਹੋ ਜਾਂਦਾ। ਸੋ ਰਾਜਾ ਵੜਿੰਗ ਦਾ ਇਹ ਬਿਆਨ ਸਿੱਧੇ ਰੂਪ ਦੇ ਵਿੱਚ ਨਵਜੋਤ ਸਿੱਧੂ ਨੂੰ ਵਾਰਨਿੰਗ ਆ, ਚੈਲੰਜ ਆ, ਧਮਕੀ ਆ, ਪਰ ਨਾਲ ਹੀ ਨਾਲ ਰਾਜਾ ਵੜਿੰਗ ਦੇ ਸਿਆਸੀ ਜੀਵਨ ਦੇ ਅੰਤ ਦਾ ਵੀ ਅਧਿਆਇ ਲਿਖਿਆ ਜਾਣਾ ਸ਼ੁਰੂ ਹੋ ਗਿਆ। ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਇਸ ਸਭ ਦੇ ਬਾਵਜੂਦ ਪੰਜਾਬ ਦੇ ਵਿੱਚ ਇੱਕ ਸਫਲ ਧੜਾ ਬਣਾਉਣ ਦੇ ਵਿੱਚ ਸਫਲ ਹੋ ਜਾਂਦੇ ਨੇ ਤੇ ਇੱਕ ਤਗੜੀ ਲੀਡਰਸ਼ਿਪ ਦੇਣ ਦੇ ਸਮਰੱਥ ਉਹ ਹੋ ਜਾਂਦੇ, ਤੇ ਉਹ ਜਿਸ ਲੀਡਰਸ਼ਿਪ ਦੇਣ ਦੇ ਸਮਰੱਥ ਹੈ ਵੀ, ਤਾਂ ਕੁਦਰਤੀ ਤੌਰ ਤੇ ਰਾਜਾ ਵੜਿੰਗ ਫਿਰ ਉਸ ਨੂੰ ਆਪਣਾ ਸਿਆਸੀ ਸ਼ਰੀਕ ਸਮਝੇਗਾ। ਤਾਂ ਸਿਆਸੀ ਜਿਹੜੇ ਸ਼ਰੀਕ ਹੁੰਦੇ ਨੇ ਤਾਂ ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਣ, ਇਹ ਤਾਂ ਫਿਰ ਚੰਗਾ ਭਲਾ ਨਵਜੋਤ ਸਿੰਘ ਸਿੱਧੂ ਆ। ਤਾਂ ਪੰਜਾਬੀ 'ਚ ਕਹਿੰਦੇ ਆ ਕਿ ਸ਼ਰੀਕ ਸਭ ਕੁਝ ਕਰ ਲੈਂਦਾ, ਨਹੀਂ ਕਰਦਾ ਤਾਂ ਸਿਰਫ ਸਿਰੇ ਲਾ ਕੇ ਨਹੀਂ ਟੁਕਦਾ। ਬਾਕੀ ਗੱਲਾਂ ਤੁਹਾਡੇ ਸਾਹਮਣੇ ਜੀ। ਜਿਸ ਤਰੀਕੇ ਦੇ ਨਾਲ ਹੁਣ ਰਾਜਾ ਵੜਿੰਗ ਨੇ ਬਿਆਨ ਦਿੱਤਾ, ਤਾਂ ਸਥਿਤੀ ਤਾਂ ਇਹ ਆ, ਜਿਹੀ ਸਥਿਤੀ ਦੇ ਵਿੱਚ ਤਾਂ ਇੱਕ ਪਾਸੇ ਉਹ ਗੱਲਾਂ ਕਰਦੇ ਨੇ ਕਿ ਸਾਰਿਆਂ ਨੂੰ ਪਾਰਟੀ ਦੇ ਵਿੱਚ ਨਾਲ ਲੈ ਕੇ ਚੱਲਣਗੇ, ਕਿਉਂਕਿ 22 ਅਪ੍ਰੈਲ ਨੂੰ ਤਾਜਪੋਸ਼ੀ ਸਮਾਗਮ ਹੈ ਰਾਜਾ ਵੜਿੰਗ ਦਾ। ਤਾਂ ਕੀ ਲੱਗਦਾ ਹੈ ਕਿ ਉੱਥੇ ਜਿਸ ਤਰੀਕੇ ਦੇ ਹੁਣ ਪੰਜਾਬ ਕਾਂਗਰਸ ਦੇ ਅੰਦਰ ਹਾਲਾਤ ਬਣੇ ਹੋਏ ਨੇ, ਇੱਕ ਮੰਚ ਦੇ ਉੱਤੇ ਸਾਰੇ ਕਾਂਗਰਸੀ ਲੀਡਰ ਇਕੱਠੇ ਹੋਣਗੇ? ਜੇ ਇਕੱਠੇ ਹੋਣਗੇ ਤਾਂ ਮਾਹੌਲ ਕਿਸ ਤਰ੍ਹਾਂ ਦਾ ਰਹਿ ਸਕਦਾ? ਇਹ ਚੱਠਾ ਜੀ ਅਜੇ 22 ਅਪ੍ਰੈਲ ਆਉਣ ਦੇ ਵਿੱਚ 2.5 ਦਿਨ ਬਾਕੀ ਨੇ, 2 ਦਿਨ ਤਾਂ ਪੂਰੇ ਬਾਕੀ ਨੇ, 20 ਤੇ 21 ਤੇ 22 ਤਰੀਕ ਦਾ ਅੱਧਾ ਦਿਨ। ਇੱਥੇ ਤੇ ਕਾਂਗਰਸ ਹਾਈਕਮਾਨ ਦੀ ਜਾਂ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਜਿਹੀ ਸਥਿਤੀ ਹੁੰਦੀ ਆ ਕਿ ਮੁੱਖ ਮੰਤਰੀ ਅੱਧੇ ਘੰਟੇ 'ਚ 3 ਬਦਲੇ ਜਾਂਦੇ ਆ। ਸੋ ਇਸ ਕਰਕੇ ਤੁਸੀਂ ਅਜੇ ਫਿਲਹਾਲ ਇਸ ਤਾਜਪੋਸ਼ੀ ਰਾਜਾ ਵੜਿੰਗ ਦੇ ਸੰਬੰਧ ਦੇ ਵਿੱਚ ਪ੍ਰਸ਼ਨ ਨਾ ਉਠਾਓ, ਕਿਉਂਕਿ ਜਿਹੜੀਆਂ ਸਥਿਤੀਆਂ ਬਣੀਆਂ ਨੇ ਕੀ ਪਤਾ ਤਾਜਪੋਸ਼ੀ ਹੋਵੇ ਹੀ ਨਾ। ਇਹ ਵੀ ਸਥਿਤੀਆਂ ਬਣ ਸਕਦੀਆਂ ਨੇ। ਪਾਰਟੀ ਇੱਥੇ ਵੇਖੋ, ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਅਜੇ ਬਣੇ ਨਹੀਂ, ਪੰਜਾਬ ਦਾ ਡੀਜੀਪੀ ਉਹਨਾਂ ਦੇ ਘਰ ਪਹੁੰਚ ਕੇ ਸਲੂਟ ਮਾਰ, ਉਦੋਂ ਪਤਾ ਲੱਗਾ ਨਹੀਂ ਉਹ ਨਹੀਂ ਬਣੇ ਜੀ, ਅੰਬਾਕਾ ਸੋਹਣੀ ਬਣ ਰਹੇ ਆ, ਸ਼ਾਇਦ ਉਧਰ ਵੀ ਨਹੀਂ ਬਣੇ, ਉਹ ਵੀ ਨਹੀਂ ਬਣੇ, ਨਹੀਂ ਕੋਈ ਗੱਲ ਨਹੀਂ। ਵਾਰੀ ਆ ਗਈ ਚੰਡੀ ਸਾਹਿਬ ਦੀ, ਜਿਹਨੂੰ ਚੇਤਾ ਹੁੰਦੀ ਸੀ। ਸੋ ਇੱਥੇ ਤਾਂ ਕੋਈ ਪਤਾ ਹੀ ਨਹੀਂ ਵੀਰ ਜੀ ਲੱਗਦਾ ਕਿ ਕਿਸ ਵਕਤ ਕਿਹਨੂੰ ਅਗਲਾ ਨੇ ਕਲਗੀ ਲਾ ਦੇਣੀ ਆ। ਅਜੇ 2 ਦਿਨ ਹੈਗੇ ਨੇ, 2 ਦਿਨਾਂ ਦਾ ਇੰਤਜ਼ਾਰ ਕਰੋ। ਇਹੋ ਹੀ 2 ਦਿਨ ਨਹੀਂ ਕਿ ਜਿਹਦੇ ਵਿੱਚ ਰਾਜਾ ਵੜਿੰਗ ਦੀ ਅਗਨੀ ਪ੍ਰੀਖਿਆ ਹੋਣੀ ਆ। ਕੀ ਉਹ ਨਵਜੋਤ ਸਿੱਧੂ ਨੂੰ ਆਪਣੇ ਨਾਲ ਤੋਰਨ ਦੇ ਵਿੱਚ ਰਾਜੀ ਕਰਾਰੇਗਾ? ਕੀ ਨਵਜੋਤ ਸਿੱਧੂ ਇਹਨਾਂ 2 ਦਿਨਾਂ ਦੇ ਵਿੱਚ ਹੀ ਕੋਈ ਸਿਆਸੀ ਧਮਾਕਾ ਕਰਕੇ ਪੰਜਾਬ ਕਾਂਗਰਸ ਵਾਸਤੇ ਵੱਡੀਆਂ ਮੁਸੀਬਤਾਂ ਖੜੀਆਂ ਕਰ ਸਕਦੇ ਆ? ਕੀ ਸੁਨੀਲ ਜਾਖੜ ਦੇ ਪ੍ਰਤੀ ਅੱਜ ਹੀ ਹਾਈਕਮਾਨ ਰਸਤਾ ਕੋਈ ਐਕਸ਼ਨ ਕਰਕੇ ਕੀ ਉਸ ਨੂੰ ਨਿਰਾਸ਼ ਕਰੇਗੀ? ਇਹਨਾਂ 2 ਦਿਨਾਂ ਦੇ ਵਿੱਚ ਬਹੁਤ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਨੇ। ਉਹ ਜਿਹੜੀ ਤਾਜਪੋਸ਼ੀ ਆ ਜਾਂ ਤਾਜਪੋਸ਼ੀ ਦੇ ਮੰਚ ਤੇ ਕੌਣ ਪੇਸ਼ ਹੋਊਗਾ, ਇਹ ਆਪਾਂ ਪਰਸੋਂ ਸ਼ਾਮ ਦੇ ਪ੍ਰੋਗਰਾਮ 'ਚ ਕਰਾਂਗੇ। ਕੀ ਪਤਾ ਉਦੋਂ ਤੱਕ ਪ੍ਰਧਾਨ ਹੀ ਕੋਈ ਬਦਲ ਦੇ। ਉਹ ਜਿਸ ਤਰ੍ਹਾਂ ਕਹਿੰਦੇ ਨਾ ਪੁਰਾਣੇ ਜਦੋਂ ਪਿੰਡਾਂ ਦੇ ਸਰਪੰਚਾਂ ਦੇ ਜਦੋਂ ਪੰਚਾਇਤਾਂ ਬਣਦੀਆਂ ਸਨ ਤਾਂ ਪੁਰਾਣੇ ਭਾਂਡੇ ਜਦੋਂ ਬਦਲੇ ਜਾਂਦੇ ਨਾ, ਹੋਇਆ ਦੇਗਚਾ ਹੋਇਆ ਤੇ ਉਲਟੋਆ ਹੋਇਆ ਤਾਂ ਨਾਲ ਉਹ ਫਿਰ ਕੜਛ ਵੀ ਨਾਲ ਹੀ ਬਦਲ ਦਿੰਦੇ, ਕਹਿੰਦੇ ਸਾਰੇ ਭਾਂਡੇ ਹੀ ਨਵੇਂ ਹੋਣੇ ਚਾਹੀਦੇ ਆ। ਸੋ ਇਸ ਕਰਕੇ ਜੇਕਰ ਉਹਨਾਂ ਨੇ ਪ੍ਰਧਾਨ ਇੱਕ ਦੇਗਚਾ ਬਦਲਿਆ ਤਾਂ ਜੇਕਰ ਉਲਟੋਆ ਬਦਲਿਆ ਤਾਂ ਉਹਨਾਂ ਨੇ ਹੋਰ ਵੀ ਕਈ ਕੁਝ ਬਦਲ ਦੇਣਾ ਆ। ਸੋ ਅਜੇ 22 ਤਰੀਕ ਦੀ ਜਿਹੜੀ ਚਰਚਾ ਆ ਉਹ ਆਪਾਂ ਬਾਅਦ ਚ ਕਰਾਂਗੇ ਜੀ। ਜਿਸ ਤਰੀਕੇ ਨਾਲ ਤੁਸੀਂ ਸੁਨੀਲ ਜਾਖੜ ਦੀ ਵੀ ਗੱਲ ਕਰ ਰਹੇ ਸੀਗੇ, ਤਾਂ ਐਕਸ਼ਨ ਕਮੇਟੀ ਦੇ ਵੱਲੋਂ ਜਿਹੜਾ ਹੁਣ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ, ਸੁਨੀਲ ਜਾਖੜ ਉਹਨਾਂ ਨੇ ਜਵਾਬ ਨਹੀਂ ਦਿੱਤਾ। ਤਾਂ ਕੀ ਲੱਗਦਾ ਇੱਕ ਪਾਸੇ ਸੁਨੀਲ ਜਾਖੜ ਦਾ ਅਜਿਹਾ ਬਿਆਨ ਆਉਣਾ ਜੋ ਜਾਤੀਵਾਦ ਨੂੰ ਲੈ ਕੇ ਜਾਂ ਧਰਮ ਨੂੰ ਲੈ ਕੇ ਸਾਹਮਣੇ ਆਇਆ, ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ
ਜਿਵੇਂ ਸੁਰਜੀਤ ਸਿੰਘ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀਗਾ, ਧੀਮਾਨ ਦਾ, ਤਾਂ ਉਹਨਾਂ ਦਾ ਬਿਆਨ ਸੀਗਾ ਜਿਸ ਤਰੀਕੇ ਦੇ ਨਾਲ, ਤਾਂ ਉਹਨਾਂ ਦੇ ਉੱਤੇ ਤੁਰੰਤ ਹੀ ਕਾਰਵਾਈ ਕਰ ਦਿੱਤੀ ਗਈ। ਹਾਲਾਂਕਿ ਉਹਨਾਂ ਦਾ ਰਾਜਨੀਤਿਕ ਤੌਰ ਤੇ ਬਿਆਨ ਸੀਗਾ, ਪਰ ਜੇਕਰ ਦੇਖਿਆ ਜਾਵੇ ਸੁਨੀਲ ਜਾਖੜ ਦੇ ਉੱਤੇ ਇੱਕ ਵੱਡਾ ਥੰਮਣੇ ਪਾਰਟੀ ਦੇ ਵਿੱਚ, ਤਾਂ ਕੀ ਕਾਰਵਾਈ ਹੋਏਗੀ? ਚੱਠਾ ਜੀ, ਮੈਂ ਇੱਕ ਹਿਸਾਬ ਜਿਹੜਾ ਮੇਰੀ ਉਮਰ ਕੋਈ 50 ਸਾਲ ਹੋ ਗਈ, 53 ਸਾਲ, ਤੇ ਇਸ ਉਮਰ 'ਚ ਮੈਂ 30 ਸਾਲ ਭਾਰਤੀ ਰਾਜਨੀਤੀ ਨੂੰ ਬੜੇ ਨੇੜੇ ਹੋ ਕੇ ਵੇਖਿਆ। ਆਹ ਜਿਹੜਾ ਤੁਸੀਂ ਸ਼ਬਦ ਵਰਤੇ ਨਾ, ਬੜਾ ਤਗੜਾ ਥੰਮ, ਕੋਈ ਪਾਰਟੀ 'ਚ ਥੰਮ ਸ਼ਮ ਕੋਈ ਨਹੀਂ ਜੇ ਹੁੰਦੇ, ਸਭ ਬਾਲੇ ਹੀ ਹੁੰਦੇ ਆ, ਬਾਂਸ ਹੀ ਹੁੰਦੇ ਆ। ਪਤਾ ਨਹੀਂ ਕਿਹੜੇ ਵੇਲੇ ਭਾਰ ਪੈਣਾ ਤੇ ਕਿਹੜੇ ਵੇਲੇ ਅਗਲੇ ਤੋੜ ਕੇ ਹੱਥ 'ਚ ਫੜਾ ਦੇਣਾ। ਇਹ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਧਾਕੜ ਸਿਆਸਤਦਾਨ ਸੀ ਜਿਹੜੇ ਕਹਿੰਦੇ ਕਿ ਮੈਂ ਬੜਾ ਤਗੜਾ ਸਿਆਸੀ ਥੰਮ ਆ, ਅਗਲੇ ਉਹਨਾਂ ਨੇ ਉਲਟਾ ਕੇ ਮਾਰਿਆ। ਜੇਕਰ ਭਾਰਤ ਦੀ ਕੌਮੀ ਰਾਜਨੀਤੀ ਦੀ ਗੱਲ ਕਰਾਂ ਤੇ ਭਾਰਤ ਦੀ ਕੌਮੀ ਰਾਜਨੀਤੀ ਦੇ ਵਿੱਚ ਐਲ ਕੇ ਅਡਵਾਨੀ ਵਰਗਾ ਕੋਈ ਭਾਰਤੀ ਜਨਤਾ ਪਾਰਟੀ 'ਚ ਸਿਆਸੀ ਨੇਤਾ ਹੈ ਨਹੀਂ ਸੀ। ਉਹ ਪਤਾ ਨਹੀਂ ਥੰਮ ਕਿੱਧਰ ਗਿਆ, ਕਿੱਥੇ ਉਹਦੇ ਫੁੱਲ ਵੀ ਉਹਦੇ ਜੀਂਦੇ ਜੀ ਚੁੱਕ ਦਿੱਤੇ ਗਏ। ਸੋ ਇਹੋ ਜਿਹੀ ਜਿਹੜੀਆਂ ਕਹਾਣੀਆਂ ਨੇ, ਕੋਈ ਸਿਆਸੀ ਥੰਮ ਕੋਈ ਨਹੀਂ ਹੁੰਦਾ। ਜੇਕਰ ਸੁਨੀਲ ਜਾਖੜ ਨੂੰ ਪੰਜਾਬੀ ਦੇ ਵਿੱਚ ਸਿੱਧੇ ਸ਼ਬਦਾਂ 'ਚ ਕਵਾਂ, ਹਰੀ ਚੌਧਰੀ ਨੇ ਜੇ ਠੋਕਣਾ ਤੇ ਠੋਕ ਹੀ ਦੇਣਾ, ਤੇ ਠੋਕ ਦਿੱਤਾ ਗਿਆ। ਕਿਉਂਕਿ ਜੋ ਕੁਝ ਉਹਦੇ ਸੰਬੰਧ ਦੇ ਵਿੱਚ ਹੋਇਆ, ਜਿਹੜਾ ਵੀ ਉਸ ਨੂੰ ਚਿੱਠੀ ਜਾਰੀ ਹੋਈ ਆ, ਉਹ ਸਿਰਫ ਹਰੀ ਚੌਧਰੀ ਦੇ ਕਹਿਣ ਤੇ ਉੱਤੇ ਹੀ ਸੁਨੀਲ ਜਾਖੜ ਨੂੰ ਉਹ ਲੈਟਰ ਜਿਹੜਾ ਜਾਰੀ ਕੀਤਾ ਗਿਆ। ਕਿਉਂਕਿ ਸੁਨੀਲ ਜਾਖੜ ਦਾ ਹਰੀ ਚੌਧਰੀ ਦਾ ਸ਼ਕਤੀ ਦਾ ਅੰਕੜਾ ਅੱਜ ਦਾ ਨਹੀਂ ਆ, ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ। ਸੋ ਇਸ ਸੰਦਰਭ 'ਚ ਬਿਲਕੁਲ ਸੁਨੀਲ ਜਾਖੜ ਦਾ ਜਿਹੜਾ ਬਿਆਨ ਸੀ, ਇੱਕ ਵਰਗ ਦੇ ਖਿਲਾਫ ਨਾ ਬਰਦਾਸ਼ਤ ਕਰਨ ਜੋਗਾ ਵਰਗਾ ਬਿਆਨ ਸੀ। ਪਰ ਚੱਠਾ ਜੀ ਉਹਨੇ ਮਾਫੀ ਮੰਗ ਲਈ। ਉਹਨੇ ਕਿਹਾ ਜੀ ਨਹੀਂ, ਮੈਂ ਇਦਾਂ ਨਹੀਂ ਕਿਹਾ ਜਿਸ ਤਰ੍ਹਾਂ ਪੋਲੀਟੀਕਲ ਲੀਡਰ ਕਹਿੰਦੇ ਜੀ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਪਰ ਹੁਣ ਜਦੋਂ ਪਾਰਟੀ ਨੇ ਵੇਖ ਲਿਆ, ਕਿਉਂਕਿ ਅਸਲ 'ਚ ਕਾਰਨ ਇਹ ਆ ਕਿ ਸੁਨੀਲ ਜਾਖੜ ਹੁਣ ਕਾਂਗਰਸ ਪਾਰਟੀ ਵਾਸਤੇ ਲਾਹੇਵੰਦ ਹੈ ਨਹੀਂ, ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਖੁਦ ਹੀ ਐਲਾਨ ਕਰ ਦਿੱਤਾ। ਦੂਜੇ ਪਾਸੇ ਇਹੋ ਜਿਹਾ ਵਿਅਕਤੀ ਜਿਹੜਾ ਐਨ ਚੋਣਾਂ ਦੇ ਮੌਕੇ ਤੇ ਇੰਨੀ ਗੱਲ ਕਹਿੰਦਾ ਕਿ ਮੈਨੂੰ ਹਿੰਦੂ ਹੋਣ ਕਰਕੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਨਹੀਂ ਬਣਾਇਆ, ਉਹਨੂੰ ਇਹੋ ਹੀ ਪੀੜ ਅਜੇ ਤੱਕ ਲਈ ਜਾਂਦੀ ਹੈ। ਤੇ ਉਹਦਾ ਵਿਚਾਰਾ ਲੱਗਦਾ ਇਹ ਵੀ ਕਿ ਜਿਵੇਂ ਉਸਦਾ ਮਾਨਸਿਕ ਬੈਲੈਂਸ ਹੀ ਸੰਤੁਲਨ ਹੀ ਉਹ ਵਿਗੜ ਗਿਆ, ਵੀ ਉਸ ਪੀੜ ਤੋਂ ਬੰਦਾ ਰਾਤ ਨੂੰ ਖੌਫ ਜ਼ਿਆਦਾ ਹੋ ਕੇ ਉੱਠਦਾ ਕਿ ਮੁੱਖ ਮੰਤਰੀ ਤੇ ਮੈਂ ਬਣਨਾ ਸੀ, ਇਹ ਕੁਰਸੀ ਤੇ ਮੇਰੀ ਚੰਨੀ ਕੋ ਬਹਿ ਗਿਆ। ਸੋ ਕਾਂਗਰਸ ਹਾਈਕਮਾਨ ਵਾਸਤੇ ਇਹੋ ਜਿਹੇ ਸੁਨੀਲ ਜਾਖੜ ਵਰਗੇ, ਵੇਖੋ ਜੇਕਰ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਧਾਕੜ ਨੇਤਾ ਨੂੰ ਸਿਆਸਤ ਤੋਂ ਲਾਉਣ ਵਾਸਤੇ ਨਵਜੋਤ ਸਿੱਧੂ ਨੂੰ ਵਰਤ ਸਕਦੀ ਹੈ, ਤਾਂ ਫਿਰ ਸੁਨੀਲ ਜਾਖੜ ਕਿਹੜੀ ਬਾਗ ਦੀ ਮੂਲੀ ਆ। ਅਗਲੇ ਨੇ ਬਸ ਉਹਨੂੰ ਵੀ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦੇਣਾ, ਐਕਸ਼ਨ ਉਹਦੇ ਖਿਲਾਫ ਹੋਏਗਾ ਜੀ। ਬਿਲਕੁਲ। ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਮੀਟਿੰਗਾਂ ਹੋ ਰਹੀਆਂ ਨੇ। ਰਾਜਾ ਵੜਿੰਗ ਆਪਣੇ ਪੱਧਰ ਤੇ, ਜਾਂ ਕਹਿ ਰਹੇ ਸੀ ਕਿ ਵੱਖ-ਵੱਖ ਪੱਧਰ ਤੇ ਮੀਟਿੰਗਾਂ ਭਾਵੇਂ ਹੋ ਰਹੀਆਂ ਨੇ, ਪਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹੋ ਰਹੀਆਂ ਨੇ। ਤੇ ਜਿਸ ਤਰੀਕੇ ਨਾਲ ਸੁਰਜੀਤ ਸਿੰਘ ਧੀਮਾਨ ਦੀ ਗੱਲ ਕੀਤੀ ਜਾਵੇ, ਪਾਰਟੀ ਤੋਂ ਬਾਹਰ ਕੱਢ ਦਿੱਤੇ ਗਏ ਸੀ, ਪਰ ਇਸ ਮੀਟਿੰਗ ਦੇ ਵਿੱਚ ਨਜ਼ਰ ਆਏ ਨੇ ਕਿ ਸੁਰਜੀਤ ਧੀਮਾਨ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਨੇ। ਬੜਾ ਇੰਟਰਸਟਿੰਗ ਸਵਾਲ ਤੁਸੀਂ ਕੀਤਾ ਕਿ ਜੇ ਪਾਰਟੀ ਨੂੰ ਮਜ਼ਬੂਤ ਹੀ ਕਰਨਾ, ਫਿਰ ਤਾਂ ਜਿਹੜਾ ਪਾਰਟੀ ਤੋਂ ਬਾਹਰ ਵੀ ਉਹ ਵੀ ਕਹਿ ਸਕਦਾ ਕਿ ਹਜੇ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਕਰ ਰਿਹਾ। ਸੁਰਜੀਤ ਸਿੰਘ ਧੀਮਾਨ ਨੂੰ ਵੀ ਬਾਹਰ ਕੱਢ ਦਿੱਤਾ, ਉਹ ਵੀ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਨਵਜੋਤ ਸਿੱਧੂ ਨਾਲ ਚੱਲਦਾ ਪਿਆ। ਦੂਜੇ ਪਾਸੇ ਲੱਡੂ ਵੀ ਵੰਡਦਾ, ਮੈਨੂੰ ਕਾਂਗਰਸ ਪਾਰਟੀ ਨੇ ਬਾਹਰ ਕੱਢਤਾ। ਚੱਟ ਸਾਹਿਬ, ਇਹ ਭਾਰਤੀ ਰਾਜਨੀਤੀ ਜਾਂ ਲੋਕਤੰਤਰ ਦਾ ਇੱਕ ਇਹ ਮਾੜਾ ਹੀ ਹੈ ਨਾ ਪੱਖ ਕਿ ਬੰਦਾ ਮੀਟਿੰਗਾਂ ਵੀ ਸ਼ਰੇਆਮ ਕਰਦਾ ਪਿਆ ਤੇ ਧੜਾ ਵੀ ਬਣਾ ਰਿਹਾ। ਤੇ ਜੇ ਕੋਈ ਪੁੱਛੇ ਨਹੀਂ ਜੀ ਮੈਂ ਤਾਂ ਉਸ ਪਾਰਟੀ ਦੇ ਨਾਲ ਵਫਾਦਾਰ ਸਿਪਾਹੀ ਆ, ਮੈਂ ਪ੍ਰਿਅੰਕਾ ਜੀ ਦਾ, ਰਾਹੁਲ ਗਾਂਧੀ ਜੀ ਦਾ, ਸੋਨੀਆ ਗਾਂਧੀ ਦਾ ਵਫਾਦਾਰ ਸਿਪਾਹੀ ਆ, ਜਿੱਥੇ ਕਹਿਣਗੇ ਅਸੀਂ ਉਹ ਥਾਂ ਤੇ ਜਾਣ ਨੂੰ ਤਿਆਰ ਆ। ਪਰ ਦਿੱਲੀ ਵਿਖੇ ਇੱਕ ਬੈਰਕ ਇਹਨਾਂ ਸਿਪਾਹੀਆਂ ਦੀ ਕਦੇ ਵੀ ਸਾਂਝੀ ਨਹੀਂ ਹੁੰਦੀ, ਤਾਂ ਉਹ ਬੈਰਕ ਜਿਹੜੀ ਆ ਅੰਬਾਲੇ ਤੇ ਅੱਗੇ ਜਾਂਦੇ ਜਾਂਦੇ ਉਹ ਬੈਰਕ ਜਿਹੜੀ ਖਤਮ ਹੋ ਜਾਂਦੀ ਹੈ। ਸੋ ਆ ਜਿਹੜੇ ਨੇਤਾ ਇਹ ਗੱਲ ਕਹਿੰਦੇ ਨੇ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਕਰ ਰਹੇ ਹਾਂ, ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ। ਨਹੀਂ ਚੱਠਾ ਜੀ, ਪਾਰਟੀਆਂ ਮਜ਼ਬੂਤ ਕਰਨ ਵਾਸਤੇ ਇਹੋ ਜਿਹੀਆਂ ਮੀਟਿੰਗਾਂ ਨਹੀਂ ਜੇ ਹੁੰਦੀਆਂ, ਇਹ ਆਪੋ ਆਪਣੇ ਧੜੇ ਨੂੰ ਮਜ਼ਬੂਤ ਕਰਨ ਵਾਸਤੇ ਹੁੰਦੀਆਂ ਨੇ। ਦੇਖੋ ਕੋਈ ਵੀ ਬੰਦਾ ਇਸ ਧਰਤੀ ਤੇ ਜਿਹੜਾ ਵੀ ਹੈਗਾ, ਇਸ ਅਸੀਂ ਕਹਿ ਸਕਦੇ ਕਿ ਰਾਜਨੀਤਿਕ ਜੀਵਨ ਦੇ ਵਿੱਚ, ਕਿਸੇ ਵੀ ਜੀਵਨ ਦੇ ਵਿੱਚ ਹੋਵੇ, ਉਹ ਲਾਲਚ ਤੋਂ ਜਾਂ ਲੋਭ ਤੋਂ, ਜਿਹੜੇ ਗੁਰੂ ਸਾਹਿਬ ਨੇ 5 ਦੁਸ਼ਮਣ ਦੱਸੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੰਦਾ ਇਹਨਾਂ ਤੋਂ ਕਦੇ ਮੁਕਤ ਨਹੀਂ ਹੋ ਸਕਦਾ। ਇਹਨਾਂ ਚੀਜ਼ਾਂ ਤੋਂ ਦੋ ਵਿਅਕਤੀ ਹੀ ਮੁਕਤ ਜਿਹੜੇ ਹੁੰਦੇ ਨੇ, ਕਾਮ, ਕ੍ਰੋਧ, ਲੋਭ, ਹੰਕਾਰ ਤੋਂ। ਇੱਕ ਉਹ ਜਿਹੜਾ ਜੇ ਮਾਂ ਦੇ ਗਰਭ 'ਚ ਆ, ਜਿਹਨੇ ਜੇ ਜਨਮ ਨਹੀਂ ਲਿਆ। ਦੂਜਾ ਉਹ ਜਿਹੜਾ ਫੱਟੇ ਤੇ ਪੈ ਗਿਆ। ਬਾਕੀ ਕੋਈ ਬੰਦਾ ਜਿੰਨਾ ਮਰਜ਼ੀ ਗੱਲ ਕਰੇ ਜੀ ਮੈਂ ਦੇਸ਼ ਸੇਵਾ ਵਾਸਤੇ ਕਰਦਾ, ਮੈਂ ਕੌਮ ਵਾਸਤੇ ਕਰਦਾ, ਮੈਂ ਪੰਥ ਵਾਸਤੇ ਕਰਦਾ, ਕੋਈ ਕਿਸੇ ਵਾਸਤੇ ਨਹੀਂ ਕਰਦਾ। ਸਿਰਫ ਇੰਟਰਸਟ ਹੁੰਦੇ ਨੇ ਆਪਣੇ ਖੇਤਾਂ ਵਾਸਤੇ। ਜਿਵੇਂ ਕਹਿੰਦੇ ਨਾ ਕਿ ਗੁਰੂ ਮਾਰ ਸਰਬੱਤ ਦਾ ਭਲਾ ਕਰੀ,
ਪਰ ਜਿਹੜਾ ਸਰਬੱਤ ਦਾ ਭਲਾ ਜਿਹੜਾ ਪਹਿਲ ਉਹ ਸਾਡੇ ਘਰ ਤੋਂ ਸ਼ੁਰੂ ਕਰੀ, ਪਹਿਲਾਂ ਮੇਰਾ ਕਰੀ ਬਾਕੀਆਂ ਦਾ ਬਾਅਦ ਚ ਕਰੀ। ਸੋ ਉਸ ਸੰਦਰਭ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਇਹ ਸਿਰਫ ਲਫਾਫੇਬਾਜ਼ੀਆਂ ਨੇ, ਕੋਰੀਆਂ ਗੱਲਾਂ ਨੇ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਕਰ ਰਹੇ ਹਾਂ, ਉਹ ਆਪਣੇ ਪੱਧਰ ਤੇ, ਉਹ ਆਪਣੇ ਪੱਧਰ ਤੇ ਜੇਕਰ ਤੁਸੀਂ ਵਾਕਈ ਹੀ ਆਪਣੇ ਪੱਧਰ ਤੇ ਕਰ ਰਹੇ ਜੇ ਤਾਂ ਫਿਰ ਇਕੱਠੇ ਮਿਲ ਕੇ ਕਰ ਲਓ, ਲੋਕਾਂ 'ਚ ਵੀ ਚੰਗਾ ਪ੍ਰਭਾਵ ਜਾਵੇ। ਹੁਣ ਇਹਨਾਂ ਨੇ ਆਪੋ ਆਪਣੇ ਪੱਧਰ ਤੇ ਕਾਂਗਰਸ ਦੀਆਂ ਨੇਤਾਵਾਂ ਨੇ ਮਾਰਚ ਤੋਂ ਪਹਿਲਾਂ ਮੀਟਿੰਗਾਂ ਕਰਕੇ ਵੇਖ ਹੀ ਲਿਆ ਪਾਰਟੀ ਨੂੰ ਕਿਸ ਹੱਦ ਤੱਕ ਮਜ਼ਬੂਤ ਕੀਤਾ ਤਾਂ ਹੀ ਉਹ 77 ਤੋਂ 18 ਰਹਿ ਗਏ ਨੇ। ਤੇ ਜੇਕਰ ਇਹੋ ਲੱਛਣ ਰਹੇ ਤੇ ਇਹ 18 ਵੀ ਨਹੀਂ ਰਹਿਣੀ, ਪਾਰਟੀ ਜ਼ਰੂਰ ਮਜ਼ਬੂਤ ਹੋ ਜੂਗੀ ਇਹਨਾਂ ਦੇ ਕਹਿਣ ਅਨੁਸਾਰ ਜੀ। ਤੇ ਬਿਲਕੁਲ ਜਾਂਦੇ ਵਿਕਰਮ ਮਜੀਠੀਆ ਦੀ ਵੀ ਗੱਲ ਕਰ ਲੈਂਦੇ ਆ, ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਫਿਰ ਵਾਧਾ ਕਰ ਦਿੱਤਾ ਗਿਆ, ਤਾਂ ਕੀ ਲੱਗਦਾ ਹੈ ਕਿ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ? ਦੇਖੋ ਜੀ, ਮਜੀਠੀਆ ਸਾਹਿਬ ਤੇ ਚੜ੍ਹਦੀ ਕਲਾ 'ਚ ਨੇ, ਜਿਸ ਤਰ੍ਹਾਂ ਉਹ ਬਿਆਨ ਦਿੰਦੇ ਨੇ। ਚਲੋ ਇਹ ਤੇ ਕਾਨੂੰਨ ਪਤਾ ਨਹੀਂ ਕਿਉਂ ਇਹੋ ਜਿਹਾ ਕੰਮ ਕਰ ਰਿਹਾ ਕਿ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਰਿਮਾਂਡ ਫਿਰ 4 ਮਈ ਤੱਕ ਵਧਾ ਦਿੱਤਾ ਗਿਆ। ਚੱਠਾ ਜੀ ਇੱਕ ਗੱਲ ਤਾਂ ਸ਼ੋਅ ਕਰਤੀ, ਜੇਲ੍ਹ ਹੁੰਦੀ ਆ ਕਿ ਬੰਦਾ ਕਿੰਨੇ ਤਰਲੇ ਲੈ ਰਿਹਾ ਬਾਹਰ ਨਿਕਲਣ ਵਾਸਤੇ। ਕਦੇ ਉਹ ਕਹਿੰਦਾ ਜੀ ਮੇਰਾ ਕੇਸ ਖਤਮ ਕਰਤਾ ਜਾਵੇ, ਕਦੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਇਸ ਗੱਲ ਨੇ ਇਹ ਦਰਸਾ ਦਿੱਤਾ ਕਿ ਜਿਹੜੀ ਜੇਲ੍ਹ ਆ ਉਹ ਜੇਲ੍ਹ ਆ। ਪਰ ਅਕਾਲੀ ਦਲ ਇਸ ਨੂੰ ਬੜੀ ਵੱਡੀ ਕਹਿੰਦੇ ਕਿ ਨਹੀਂ ਉਹ ਜਿਹੜੇ ਮਜੀਠੀਆ ਸਾਹਿਬ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਪੂਰਨ ਤੌਰ ਤੇ ਅੰਦਰ ਜਾ ਕੇ ਉਹ ਕੈਦੀਆਂ ਦੀਆਂ ਮੁਸ਼ਕਲਾਂ ਦਾ ਜਿਹੜਾ ਉਹ ਹਿਸਾਬ ਕਿਤਾਬ ਲੈ ਰਹੇ ਨੇ। ਤੇ ਠੀਕ ਆ ਜੀ, ਸ਼ਾਇਦ ਉਹ ਟਾਈਮ ਜਿਹੜਾ ਉਹਨਾਂ ਦਾ ਉਹ ਪੂਰਾ ਨਹੀਂ ਹੋਇਆ, ਅਜੇ ਕੁਝ ਲੋਕ ਰਹਿ ਗਏ ਨੇ ਕਿ ਜਿਨ੍ਹਾਂ ਦਾ ਉਹਨਾਂ ਨੇ ਹਾਲ ਚਾਲ ਪੁੱਛਣਾ। ਚੱਠਾ ਜੀ ਚਲੋ ਇਹ ਗੱਲ ਹਲਕੇ ਫੁਲਕੇ ਅੰਦਾਜ਼ ਕਰ ਰਹੇ ਆ। ਵਾਕਿਆ ਹੀ ਅਕਾਲੀ ਦਲ ਵਾਸਤੇ ਇੱਕ ਬੜਾ ਤਗੜਾ ਅਸੀਂ ਕਹਿ ਸਕਦੇ ਸਟਾਰਟ ਆ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਸ ਦਿਨ ਵਿਸਾਖੀ ਵਾਲੇ ਦਿਨ ਇੱਕ ਮੁੱਦਾ ਉਠਾਇਆ ਸੀ, ਉਹਨਾਂ ਦਾ ਇੱਕ ਖਾਸ ਸਿਪਾ ਸਲਾਰ ਜਿਹੜਾ ਵਿਰਸਾ ਸਿੰਘ ਵਲਟੋਆ ਕਿ ਭਗਵੰਤ ਮਾਨ ਨੇ ਸ਼ਰਾਬ ਪੀ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਸੁਖਬੀਰ ਬਾਦਲ ਦਾ ਇੱਕ ਅਸੀਂ ਕਹਿ ਸਕਦੇ ਹਾਂ ਕੋਝਾ ਰਾਜਨੀਤੀ ਵਾਰ ਸੀ ਕਿ ਉਸ ਮੁੱਦੇ ਨੂੰ ਨੇ ਉਛਾਲਣ ਦਾ ਯਤਨ ਕੀਤਾ, ਧਾਰਮਿਕ ਮੁੱਦੇ ਨੂੰ। ਤੇ ਪਰ ਤੁਸੀਂ ਦੇਖੋ ਕਿ ਪੰਜਾਬ ਦੇ ਲੋਕਾਂ ਨੇ ਉਸ ਮੁੱਦੇ ਨੂੰ ਮੂੰਹ ਹੀ ਨਹੀਂ ਲਾਇਆ, ਉਹ ਮੁੱਦਾ ਘੱਟੇ ਕੌਡੀਆਂ ਚ ਰੁੜ ਗਿਆ। ਨਹੀਂ ਤਾਂ ਹਾਲਾਂਕਿ ਬਹੁਤ ਸੈਂਸਿਟਿਵ ਮੁੱਦਾ ਸੀ ਉਹ। ਸ਼੍ਰੋਮਣੀ ਕਮੇਟੀ ਦਾ ਬੰਦਾ ਉਹਦੇ ਹੱਕ 'ਚ ਬੋਲਿਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਇਹ ਗਲਤੀ ਕੀਤੀ ਕਿ ਉਹਨੂੰ ਪਾਰਟੀ ਚੋਂ ਬਾਹਰ ਕੱਢਤਾ। ਇਸ ਤੋਂ ਵੱਡਾ ਪ੍ਰਭਾਵ ਇਹ ਚੱਲਦਾ ਕਿ ਤੁਹਾਡੀ ਪਾਰਟੀ 'ਚ ਸੱਚ ਬੋਲਣ ਵਾਲਿਆਂ ਦੀ ਕੋਈ ਕੀਮਤ ਨਹੀਂ ਹੈ। ਤਾਂ ਫਿਰ ਉਹ ਲੇਖਾ ਜੋਖਾ ਜਿਹੜੀ ਗੱਲ ਹੈਗੀ ਆ ਬੀਬੀ ਹਰਸਿਮਰਤ ਕੌਰ ਬਾਦਲ ਦੀ, ਮੈਨੂੰ ਉਹ ਵੀ ਯਾਦ ਹੁੰਦੀ ਆ ਕਿ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਦੁਆਰ ਤੇ ਗੱਲ ਕਹੀ ਸੀ ਕਿ ਜੇ ਮੇਰੇ ਭਰਾ ਨੇ ਚਿੱਟਾ ਮਾਸਾ ਵੀ ਵੇਚਿਆ ਵੀ ਚਿੱਟੇ 'ਚ, ਮਤਲਬ ਤੁਹਾਨੂੰ ਯਾਦ ਹੋਣਾ ਬਿਆਨ ਸੀ ਕਿ ਉਹਦੇ ਪਰਿਵਾਰ ਦਾ ਜਿਆਦਾ ਕੱਖ ਨਾ ਰਹੇ। ਚਲੋ ਬੜੀ ਵੱਡੀ ਉਹ ਗੱਲ ਆ, ਅਸੀਂ ਨਾ ਬੜੇ ਉਸ ਗੁਰੂ ਘਰ ਦੇ ਮਤਲਬ ਕੁਝ ਵੀ ਨਹੀਂ, ਪਰ ਜੇਕਰ ਗੁਰੂ ਮਹਾਰਾਜ ਦੇ ਦਰਬਾਰ 'ਚ ਤੁਸੀਂ ਜਾ ਕੇ ਇਹੋ ਜਿਹੀਆਂ ਅਰਦਾਸਾਂ ਆਪਣੇ ਮੂੰਹ ਇਹੋ ਜਿਹੇ ਬੋਲਦੇ ਜੀ ਤਾਂ ਫਿਰ ਗੁਰੂ ਸਾਹਿਬ ਨੇ ਤਾਂ ਫਿਰ ਇਨਸਾਫ ਕਰਦਾ ਹੀ ਕਰਦਾ। ਅਸੀਂ ਨਹੀਂ ਕਹਿ ਰਹੇ ਕਿਉਂਕਿ ਇਹ ਤਾਂ ਕਾਨੂੰਨੀ ਦਾ ਪੇਚ ਪ੍ਰਕਿਰਿਆ ਹੈ, ਪਰ ਬਿਆਨ ਦੇਣ ਲੱਗੇ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਇਹ ਕਿਹੋ ਜਿਹੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ। ਨਿਰਸੰਦੇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਬੜੀ ਭਾਰੀ ਜਿਹੜੀ ਸੱਟ ਆ ਉਹ ਅਸੀਂ ਕਹਿ ਸਕਦੇ ਹਾਂ। 4 ਮਈ ਤੱਕ ਹੋਰ ਜਿਹੜਾ ਜੁਡੀਸ਼ੀਅਲ ਰਿਮਾਂਡ ਵਿੱਚ ਵਾਧਾ ਕਰਦਾ। ਜੇਲ੍ਹ ਦੇ ਵਿੱਚ ਤਾਂ ਮਜੀਠੀਆ ਜੀ ਇੱਕ ਮਾਫ ਕਰਦਾ ਚੱਠਾ ਸਾਹਿਬ, ਮੈਂ ਤੁਹਾਨੂੰ ਮਜੀਠੀਆ ਸਾਹਿਬ ਕਹਿਤਾ, ਜੇਲ੍ਹ ਦੇ ਵਿੱਚ ਤਾਂ 1 ਘੰਟਾ ਨਹੀਂ ਬੰਦਾ ਬਤਾ ਸਕਦਾ, ਤਾਂ ਉਹ ਤਾਂ ਫਿਰ 4 ਮਈ ਤੱਕ ਆ ਜੀ। ਕਹਿ ਸਕਦੇ ਹਾਂ ਕਿ ਲਗਾਤਾਰ ਉਹ ਮੁਸ਼ਕਲਾਂ ਮਜੀਠੀਆ ਦੀਆਂ ਵੱਧਦੀਆਂ ਨਜ਼ਰ ਆ ਰਹੀਆਂ। ਤੇ ਬਹੁਤ ਬਹੁਤ ਧੰਨਵਾਦ ਮੱਖੀ ਸਾਹਿਬ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਜੀ ਚੱਠਾ ਜੀ। ਤਾਂ ਸਾਡੇ ਨਾਲ ਸਨ ਪ੍ਰੋਫੈਸਰ ਮਨਜੀਤ ਸਿੰਘ, ਜੋ ਕਿ ਸਿਆਸੀ ਮਾਹਿਰ ਨੇ, ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੇ ਜੋ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਰਹਿ ਸਕਦੇ ਨੇ ਉਸ ਨੂੰ ਲੈ ਕੇ ਚਰਚਾ ਕੀਤੀ ਹੈ। ਤੇ ਨਾਲ ਹੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਾਨ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਘੇਰਿਆ ਜਾ ਰਿਹਾ। ਤੇ ਹੁਣ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ ਤੇ ਸਵਾਲ ਪੁੱਛਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਕਿ ਉਹ ਮੁੱਦਿਆਂ ਦਾ ਹੱਲ ਕਦੋਂ ਹੋਏਗਾ। ਵੱਡੇ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ। ਤੇ ਪਲ ਪਲ ਦੀ ਅਪਡੇਟ ਦੇ ਲਈ ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਦੇ ਨਾਲ। ਫਿਲਹਾਲ ਤੱਕ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।